सत श्री अकाल। तुसीं देख रहे हो देश प्रदेश लाइव तो मैं रणवीर संधू। मेरे नाल इस वक्त विशेष तौर पर जिन्हां ने आस्ट्रेलिया नूं, यूके नूं और बहुत सारे कंट्रीज़ नूं प्रमोट किया, पर जदों गल आउंदी है विदाउट आइल्स की तो उन्हां वल्लों विशेष तौर पर यह गल की जाती है कि असीं वन बाय वन एक एक कंट्री नूं जिहड़ा हैगा डिस्कस करने की कोशिश करिए कि किहड़े देश दे विच असीं विदाउट आइल्स जा सकते हैं। हुण विदाउट आइल्स की डेफिनेशन इन्नी कि तुसीं हर देश 'च चले गए तो तुहाडी फ्यूचर कोई नहीं है। विद फीस कोर्स फ्यूचर प्लानिंग की होगी, ਅਸੀਂ ਮੁਕੇਸ਼ ਜੀ ਤੋਂ पूरी डिटेल जी इस प्रोग्राम ਦੇ ਵਿੱਚ ਜਾਣਾਂਗੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਮੁਕੇਸ਼ ਜੀ, ਪਹਿਲਾਂ ਤਾਂ ਕਿਹੜੇ ਕੰਟਰੀ ਨੇ ਮੈਨੂੰ ਕੰਟਰੀ ਲਿਖਾਓ, ਫਿਰ ਆਪਾਂ वन बाय वन डिस्कस ਕਰਦੇ। ਦੇਖੋ ਜੀ, ਕੰਟਰੀ ਯੂਰਪ ਦੇ ਬਹੁਤ ਸਾਰੇ ਕੰਟਰੀਜ਼ ਹਨ, ਲੇਕਿਨ ਇੰਨਾ ਕੁ ਸਮਾਂ ਨਹੀਂ ਰਹੇਗਾ। ਆਪਾਂ 2-3 ਕੰਟਰੀਜ਼ ਦਾ ਮੁੱਦਾ ਡਿਸਕਸ ਕਰ ਪਾਵਾਂਗੇ, ਜਿਹਦੇ ਵਿੱਚ ਸਭ ਤੋਂ ਪਹਿਲੇ ਮੈਂ ਅੱਜ ਦੀ ਡੇਟ ਦੇ ਵਿੱਚ ਜਿੱਥੇ ਕਿ ਸਪਾਊਸ ਵੀਜ਼ਾ ਨਾਲ ਜਾ ਸਕਦਾ ਔਰ ਬਹੁਤ ਅੱਛਾ ਡੈਸਟੀਨੇਸ਼ਨ ਹੈ, ਸੈਟਲਮੈਂਟ ਦੇ ਬਹੁਤ ਵਧੀਆ ਚਾਂਸਿਸ ਹੈ, ਉਹ ਹੈ ਯੂਕੇ। ਉਸ ਤੋਂ ਬਾਅਦ ਆਪਾਂ ਪ੍ਰਮੋਟ ਕਰਾਂਗੇ ਗ੍ਰੀਸ ਨੂੰ ਅਤੇ ਮਾਲਟਾ ਨੂੰ। ਉਹ ਸਟੂਡੈਂਟ ਜਿਹੜਾ ਯੂਕੇ ਤੋਂ ਕਿਸੇ ਵਜ੍ਹਾ ਤੋਂ ਰਿਫਿਊਜ਼ ਹੋ ਜਾਂਦਾ ਹੈ ਜਾਂ ਕਿ ਬਹੁਤ ਜ਼ਿਆਦਾ ਗੈਪ ਹੈ, ਪਰਸੈਂਟੇਜ ਲੋ ਹੈ, ਆਇਲਸ ਨਹੀਂ ਕੀਤੀ, ਕਰ ਵੀ ਨਹੀਂ ਸਕਦਾ, ਸਪੀਕਿੰਗ ਕਮਿਊਨੀਕੇਸ਼ਨਸ ਵੀ ਬਹੁਤ ਵਧੀਆ ਨਹੀਂ ਹੈ, ਉਹਨਾਂ ਦੇ ਲਈ ਜਿਹੜੇ 2 ਡੈਸਟੀਨੇਸ਼ਨ ਹੈ ਮਾਲਟਾ ਅਤੇ ਗ੍ਰੀਸ, ਜਿੱਥੇ ਕਿ ਬੱਚੇ ਦੀ ਸੈਟਲਮੈਂਟ ਦੀ ਅਗਰ ਮੈਂ ਗੱਲ ਕਰਾਂ ਪੰਜਾਬੀ 'ਚ ਤਾਂ ਠੀਕ ਹੈ, ਬਹੁਤ ਫਿਊਚਰ ਪ੍ਰੋਸਪੈਕਟਸ ਬਹੁਤ ਵਧੀਆ ਹੈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਿਹੜਾ ਹੈ PSW ਔਰ PR ਹੈ, ਬਟ ਉਸ ਤੋਂ ਪਹਿਲਾਂ ਹੀ ਯੂਰਪ 'ਚ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਕਿ ਕੋਈ ਨਾ ਕੋਈ ਸਿਸਟਮ ਲਗਾ ਕੇ ਬੱਚਾ ਉੱਥੇ ਆਪਣੇ ਆਪ ਨੂੰ ਕਰ ਲੈਂਦਾ ਹੈ, PR ਦਾ ਕਾਰਡ ਵਗੈਰਾ ਬਣਵਾ ਲੈਂਦਾ। ਕਿਉਂਕਿ ਜੀ ਇੱਕ ਪਾਸੇ ਤਾਂ ਅਸੀਂ ਯੂਕੇ ਦੀ ਗੱਲ ਕਰਦੇ ਹਾਂ ਕਿ ਯੂਕੇ ਜਾਣਾ ਬੜਾ ਔਖਾ ਹੈ, ਇੰਟਰਵਿਊ ਕਲੀਅਰ ਨਹੀਂ ਹੁੰਦੀ, ਯੂਨੀਵਰਸਿਟੀਆਂ ਦਾਖਲੇ ਨਹੀਂ ਦਿੰਦੀਆਂ। ਇੱਕ ਪਾਸੇ ਆਪਾਂ ਵਿਦਾਊਟ ਆਇਲਸ ਦੀ, ਇਹ ਕਿਹੜਾ ਬੱਚਾ ਹੈ, ਕਿਹੜੀ ਯੂਨੀਵਰਸਿਟੀਆਂ, ਕੀ ਪ੍ਰੋਸੈਸ ਹੈ? ਦੇਖੋ ਰਣਵੀਰ ਭਾਜੀ, ਇੱਦਾਂ ਹੈ ਕਿ ਜਾਣਾ ਔਖਾ ਕਿਸ ਤਰੀਕੇ ਨਾਲ ਹੈ ਕਿ ਯੂਕੇ ਦੇ ਵਿੱਚ ਨਾ ਇੱਕ ਕੰਪਲੀਕੇਸ਼ਨਸ ਇਹ ਰਹਿੰਦੀ ਹੈ ਕਿ ਲਾਸਟ ਮੂਮੈਂਟ ਤੱਕ ਤੁਹਾਨੂੰ ਇਹ ਨਹੀਂ ਪਤਾ ਕਿ ਯੂਨੀਵਰਸਿਟੀ ਇੰਟਰਵਿਊ ਲੈ ਕੇ ਅਨਕੰਡੀਸ਼ਨਲ ਆਫਰ ਲੈਟਰ ਦੇਣ ਤੋਂ ਬਾਅਦ, ਫੀਸ ਲੈਣ ਤੋਂ ਬਾਅਦ ਕੈਸ਼ ਦੇ ਕੇ ਜਾਂ ਕੈਸ਼ ਦੇਣ ਤੋਂ ਪਹਿਲਾਂ ਕਿਸੇ ਵੀ ਟਾਈਮ ਮਨਾ ਕਰ ਸਕਦੀ ਹੈ, ਵਿਚ ਇਜ਼ ਦਾ ਰੂਟੀਨ ਪ੍ਰੋਸੈਸ ਆਫ ਯੂਕੇ। ਹੁਣ ਸਾਡੀ ਯਾਨੀ ਕਿ ਵਿਸ਼ਵਾਸ ਇੰਟਰਨੈਸ਼ਨਲ ਦੀ ਪਾਲਿਸੀ ਕੀ ਹੈ ਇਸ ਚੀਜ਼ ਨੂੰ ਚੱਲਦੇ ਹੋਏ? ਬੇਸਿਕਲੀ ਆਪਾਂ ਇੱਕ ਕਨਸੈਪਟ ਲੈ ਕੇ ਚੱਲਦੇ ਹਾਂ ਕਿ ਯੂਕੇ ਦੇ ਵਿੱਚ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ 2-3 ਸਾਲ ਪਹਿਲੇ 9 ਤੋਂ 12 ਤੋਂ ਬਾਅਦ ਬੰਦ ਹੋ ਗਿਆ ਸੀਗਾ, ਉਸ ਤੋਂ ਬਾਅਦ ਦੁਬਾਰਾ ਹਲੇ 2 ਸਾਲ ਪਹਿਲਾਂ 3 ਸਾਲ ਪਹਿਲਾਂ ਯੂਕੇ ਰੀਓਪਨ ਹੋਇਆ ਸਟੂਡੈਂਟਸ ਵਾਸਤੇ, ਔਰ 2 ਸਮੈਸਟਰ ਹਰੇਕ ਕੰਸਲਟੈਂਟ ਨੇ, ਹਰੇਕ ਏਜੰਸੀ ਨੇ, ਹਰੇਕ ਏਜੰਟ ਨੇ ਬਹੁਤ ਦਬਾ ਕੇ ਪ੍ਰਮੋਟ ਕੀਤਾ, ਕਿਉਂਕਿ ਬੜਾ ਸਿੰਪਲ ਜਿਹਾ ਪ੍ਰੋਸੈਸ ਸੀ। ਜਿਸ ਤਰ੍ਹਾਂ ਕਿ ਹੁਣੇ ਤੁਸੀਂ ਪ੍ਰੋਸੈਸ ਦੀ ਗੱਲ ਕਰ ਰਹੇ ਹੋ, ਆਫਰ ਲੈਟਰ ਆਈ, ਕੋਈ ਯੂਨੀਵਰਸਿਟੀ ਦਾ ਇੰਟਰਵਿਊ ਨਹੀਂ ਹੈ, ਕੋਈ ਗੈਪ ਦੀ ਜਸਟੀਫਿਕੇਸ਼ਨ ਨਹੀਂ, ਕੋਈ ਐਕਸਪਲੇਨੇਸ਼ਨ ਨਹੀਂ, ਕੋਈ ਯੂਨੀਵਰਸਿਟੀ ਤੋਂ ਇਲਾਵਾ ਐਮਬੈਸੀ ਦਾ ਇੰਟਰਵਿਊ ਨਹੀਂ, ਫੀਸ ਭਰੋ, ਕੈਸ਼ ਲਓ ਅਤੇ ਵੀਜ਼ਾ ਲੈ ਕੇ ਜਾਓ ਜੀ। ਬਟ ਹਾਲਾਤ ਦੇ ਨਾਲ ਨਾਲ, ਟਾਈਮ ਦੇ ਨਾਲ ਨਾਲ ਹਾਲਾਤ ਚੇਂਜ ਹੋਏ, ਸਿਚੁਏਸ਼ਨਸ ਟਫ ਹੋਈਆਂ। ਉਸ ਤੋਂ ਬਾਅਦ ਸਾਰੀ ਏਜੰਸੀਜ਼ ਨੇ ਤਕਰੀਬਨ ਪੇਮੈਂਟ ਆਫਟਰ ਵੀਜ਼ਾ ਵਾਲਾ ਕੰਸੈਪਟ ਛੱਡ ਦਿੱਤਾ। ਹੁਣ ਅੱਜ ਦੀ ਡੇਟ 'ਚ ਜਿਸ ਤਰ੍ਹਾਂ ਕਿ ਤੁਹਾਡਾ ਆਪਣਾ, ਕਿਉਂਕਿ ਇਸ ਮੰਚ 'ਤੇ ਤੁਹਾਡੇ ਕੋਲ ਹਰ ਰੋਜ਼ ਕੋਈ ਨਾ ਕੋਈ ਦੁਰੰਦਰ, ਕੋਈ ਨਾ ਕੋਈ ਟੌਪ ਕਲਾਸ ਦੇ ਜਿਹੜੇ ਕੰਸਲਟੈਂਟਸ ਆਉਂਦੇ ਆ, ਤੁਹਾਨੂੰ ਪਤਾ ਕਿ ਤੁਸੀਂ ਆਪਣੇ ਮੂੰਹ ਤੋਂ ਇਹ ਗੱਲ ਕਰ ਰਹੇ ਹੋ ਕਿ ਯੂਕੇ ਜਾਣਾ ਬਹੁਤ ਔਖਾ। ਬੇਸਿਕਲੀ ਔਖਾ ਨਹੀਂ ਹੈ, ਥੋੜ੍ਹਾ ਸਮਾਰਟ ਵਰਕ ਕਰਨਾ ਪੈਂਦਾ। ਪਹਿਲੀ ਗੱਲ, ਯੂਕੇ ਦੀ ਜਿਹੜੀ ਵੀ ਆਪਣੀ ਪ੍ਰਮੋਸ਼ਨ ਡੇ 1 ਤੋਂ ਸੀ, ਅਸੀਂ ਚਾਹੇ ਜਿੰਨਾ ਮਰਜ਼ੀ ਸਟ੍ਰਿਕਟ ਹੋਇਆ ਯੂਕੇ, ਚਾਹੇ ਜਿੰਨਾ ਮਰਜ਼ੀ ਟਫ ਹੋਇਆ, ਚਾਹੇ ਜਿੰਨਾ ਮਰਜ਼ੀ ਲੈਂਥੀ ਪ੍ਰੋਸੀਜਰ ਹੋਇਆ, ਇੰਟਰਵਿਊਜ਼ ਹੋਏ, ਐਮਬੈਸੀ ਵੱਲੋਂ ਹੋਏ, ਯੂਨੀਵਰਸਿਟੀ ਵੱਲੋਂ ਹੋਏ, ਬਟ ਵਿਸ਼ਵਾਸ ਇੰਟਰਨੈਸ਼ਨਲ ਨੇ ਆਪਣਾ ਕੰਸੈਪਟ ਨਹੀਂ ਛੱਡਿਆ ਪੇਮੈਂਟ ਆਫਟਰ ਵੀਜ਼ਾ ਦਾ ਜੀ। ਹਾਲਾਂਕਿ ਉਸ ਚੀਜ਼ ਦਾ ਹੋ ਸਕਦਾ ਕੱਲ੍ਹ ਨੂੰ ਸਾਨੂੰ ਲਾਸਿਸ ਵੀ ਹੋਣ, ਬਟ ਸਟਿਲ ਆਪਾਂ ਆਪਣੀ ਕਮਿਟਮੈਂਟ 'ਤੇ ਪਹਿਲੇ ਦੀ ਤਰ੍ਹਾਂ ਅੱਜ ਵੀ ਖੜ੍ਹੇ। ਹੁਣ ਗੱਲ ਇਹ ਹੈ ਕਿ ਜਿਹੜੀ ਕੰਪਨੀ ਨੇ ਐਕਚੁਅਲੀ ਪੈਸਾ ਪੱਲਿਓ ਲਾਉਣਾ ਉਹ ਸਮਾਰਟ ਵਰਕ ਕਰੇਗੀ। ਇਹਦੇ ਵਿੱਚ ਬੈਕਅਪ ਪਲਾਨ ਲੈ ਕੇ ਚੱਲਣ ਦੀ ਲੋੜ ਪੈਂਦੀ ਹੈ। ਇਹ ਪੁਆਇੰਟ ਬੇਸਡ ਵੀਜ਼ਾ ਹੈ। ਪੁਆਇੰਟ ਇਸ਼ੂ ਹੋਣ ਤੋਂ ਪਹਿਲਾਂ ਆਪਾਂ ਨੂੰ ਇਹ ਦੇਖਣਾ ਪੈਂਦਾ ਹੈ ਕਿ ਬੱਚਾ, ਜਿਸ ਤਰ੍ਹਾਂ ਸਾਡੇ ਕੋਲ ਇਨਕੁਆਇਰੀ ਆਏਗੀ, ਫੋਰ ਐਗਜ਼ਾਮਪਲ ਤੁਹਾਡਾ ਬਿਨਾਂ ਆਇਲਸ ਤੋਂ ਕੋਈ ਪ੍ਰੋਫਾਈਲ ਹੈ, ਪਹਿਲੇ ਤੁਸੀਂ ਸਾਡੀ ਟੀਮ ਨਾਲ ਸ਼ੇਅਰ ਕਰੋ, ਅਸੀਂ ਅਸੈਸਮੈਂਟ ਕਰਾਂਗੇ। ਜੇਕਰ ਸਾਨੂੰ ਲੱਗੇਗਾ ਕਿ ਕਿਸੇ ਨਾ ਕਿਸੇ ਯੂਨੀਵਰਸਿਟੀ ਦੇ ਵਿੱਚ ਐਕਸੈਪਟੇਬਲ ਹੈ, ਉਸ ਯੂਨੀਵਰਸਿਟੀ ਦੇ ਵਿੱਚ ਆਪਾਂ ਪ੍ਰੋਸੈਸ ਕਰਾਂਗੇ। ਉਹ ਭਾਵੇਂ 1 2 3 ਜਿੱਥੇ ਵੀ ਐਕਸੈਪਟੇਬਲ ਹੋਏਗਾ, ਆਪਾਂ ਪੈਰਲਰਲੀ ਸਾਈਡ ਬਾਈ ਸਾਈਡ ਸਾਰੀ ਯੂਨੀਵਰਸਿਟੀਜ਼ ਦੇ ਵਿੱਚ ਪ੍ਰੋਸੈਸ ਕਰਦੇ ਹਾਂ, ਠੀਕ ਹੈ, ਤਾਂ ਕਿ ਜੇ ਅਗਰ ਇਨ ਐਨੀ ਕੇਸ ਕਿਸੇ ਵੀ ਮੂਵਮੈਂਟ 'ਤੇ, ਕਿਸੇ ਵੀ ਪ੍ਰੋਸੈਸ 'ਤੇ, ਐਂਡ ਸਟੇਜ 'ਤੇ ਤੁਹਾਡੀ ਫਾਈਲ ਔਰ ਯੂਨੀਵਰਸਿਟੀ ਨੇ ਮਨਾ ਕਰ ਦਿੱਤਾ ਕੈਸ਼ ਨਹੀਂ ਦੇਣਾ, ਜੇ ਵਿਸ਼ਵਾਸ ਇੰਟਰਨੈਸ਼ਨਲ ਨੇ ਤੁਹਾਡੇ ਨਾਲ ਪੈਕੇਜ ਕੀਤਾ ਹੋਇਆ ਤਾਂ ਵੀ ਆਰ ਕਮਿਟਡ ਕਿ ਆਪਾਂ ਤੁਹਾਡੀ 2nd ਜਾਂ 3rd ਪੇਮੈਂਟ ਵੀ ਕੰਪਨੀ ਕੋਲੋਂ ਕਰੇਗੀ। ਵੀ ਵਿਲ ਨੈਵਰ ਆਸਕ ਯੂ ਟੂ ਇਨਕਰੀਜ਼ ਦਾ ਪੈਕੇਜ, ਔਰ ਇਹ ਨਹੀਂ ਕਹਾਂਗੇ ਕਿ ਸਾਡੀ ਫੀਸ ਹਲੇ 3 ਮਹੀਨੇ ਨੂੰ ਵਾਪਸ ਆਏਗੀ, 2 ਮਹੀਨੇ ਨੂੰ ਰਿਫੰਡ ਆਏਗਾ, ਉਸ ਤੋਂ ਬਾਅਦ ਪ੍ਰੋਸੈਸ ਕਰਾਂਗੇ, ਜਾਂ ਹੁਣ ਸਾਨੂੰ ਇੰਟਰਸਟ ਜ਼ਿਆਦਾ ਪੈ ਗਿਆ, ਨਹੀਂ। ਬਟ ਉਹਦਾ ਇੱਕ ਮੇਜਰ ਰੀਜ਼ਨ ਇਹ ਹੈ ਕਿ ਸਾਡਾ ਯੂਕੇ ਬੇਸਡ ਆਫਿਸ ਹੈ, ਓਕੇ, ਹੋਰਾਂ ਤੋਂ ਥੋੜ੍ਹੇ ਜਿਹੇ ਬਿਹਤਰ ਸਾਡੇ ਲਿੰਕਸ ਔਰ ਕਨੈਕਸ਼ਨ ਹੈ, ਔਰ ਬਲਕ ਦੇ ਵਿੱਚ ਯੂਕੇ ਦਾ ਕੰਮ ਹੋਣ ਕਰਕੇ ਸਾਨੂੰ
ਓਵਰਆਲ ਉਹ ਸਿਨੈਰੀਓ ਜਿਹੜਾ ਇੱਕ ਸਿਸਟਮ ਕੰਸੈਪਟ ਜਿਹੜਾ ਇੱਕ ਫਿੱਟ ਬੈਠ ਜਾਂਦਾ। ਔਰ ਬਾਕੀ ਗੱਲ ਕੋਈ ਨਹੀਂ ਹੈ, ਗੱਲ ਇਹ ਹੈ ਕਿ ਮਿਹਨਤ ਕਰਨੀ ਪੈਂਦੀ ਹੈ। ਯੂਨੀਵਰਸਿਟੀ ਦੇ ਇੰਟਰਵਿਊ ਕਲੀਅਰ ਕਰਵਾਉਣ ਵਾਸਤੇ ਬੱਚੇ ਨੂੰ ਇੱਕ ਅੱਛੀ ਟੀਮ ਚਾਹੀਦੀ ਹੈ, ਅੱਛੀ ਗਾਈਡਲਾਈਨ ਚਾਹੀਦੀ ਹੈ। ਦੇਖੋ ਜਿਹੜਾ ਸਟੂਡੈਂਟ ਵਿਦੇਸ਼ ਜਾਣਾ ਚਾਹੁੰਦਾ ਉਹ ਘੱਟੋ ਘੱਟ 12ਵੀਂ ਪਾਸ ਹੈ ਜਾਂ ਗ੍ਰੈਜੂਏਟ ਹੈ, ਠੀਕ ਹੈ। ਔਰ ਯੂਕੇ ਇੱਕ ਇੱਦਾਂ ਦਾ ਡੈਸਟੀਨੇਸ਼ਨ ਹੈ ਖਾਸ ਤੌਰ 'ਤੇ ਉਹਨਾਂ ਸਟੂਡੈਂਟ ਲਈ ਜਿਹੜੇ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਆ। ਅੱਜ ਆਸਟ੍ਰੇਲੀਆ ਦੇ ਹਾਲਾਤ ਕਿਸੇ ਕੋਲੋਂ ਛੁਪੇ ਨਹੀਂ। ਕੈਨੇਡਾ ਪਹਿਲੇ ਤਾਂ ਸਿਰਫ ਸਪਾਊਸ ਕੇਸ ਲਈ ਔਖਾ ਸੀ, ਅੱਜ ਸਿੰਗਲ ਐਪਲੀਕੇਸ਼ਨਸ ਲਈ ਵੀ ਕਿਸੇ ਦੀ 6 ਮਹੀਨੇ ਤੋਂ ਵੀ ਰਿਜ਼ਲਟ ਨਹੀਂ ਆ ਰਹੇ ਜਾਂ ਕਿ ਲੈਂਥੀ ਪ੍ਰੋਸੀਜਰ ਆ। ਔਰ ਅਗਰ ਜਿਨ੍ਹਾਂ ਦਾ ਵੀਜ਼ਾਜ਼ ਆ ਵੀ ਰਹੇ ਆ ਉਹ ਸਿਰਫ ਉਹੀ ਪ੍ਰੋਫਾਈਲ ਨੂੰ ਵੀਜ਼ਾ ਮਿਲ ਰਿਹਾ ਜਿਹੜਾ ਪਰਫੈਕਟ ਹੈ, ਜਿਹੜਾ ਕਰੀਮ ਪ੍ਰੋਫਾਈਲ ਹੈ। ਅਪਾਰਟ ਫਰੋਮ ਦੈਟ students those are willing to go along with their family or with their dependent or with their child or children whatever, ਉਹਨਾਂ ਦੇ ਲਈ ਯੂਕੇ ਤੋਂ ਵਧੀਆ ਕੋਈ ਡੈਸਟੀਨੇਸ਼ਨ ਨਹੀਂ, ਕਿਉਂਕਿ ਸਿਰਫ 1 ਸਾਲ ਦੀ ਪੜ੍ਹਾਈ ਤੋਂ ਬਾਅਦ 2 ਸਾਲ ਦਾ PSW ਹੈ, ਯਾਨੀ ਕਿ ਤੁਹਾਡੇ ਡਿਪੈਂਡੈਂਟ ਨੂੰ ਡੇ 1 ਤੋਂ ਫੁੱਲ ਟਾਈਮ ਵਰਕ ਪਰਮਿਟ ਮਿਲਦਾ ਔਰ ਤੁਹਾਨੂੰ ਮੇਨ ਐਪਲੀਕੈਂਟ ਨੂੰ ਪਾਰਟ ਟਾਈਮ ਡੇ 1 ਤੋਂ ਮਿਲਦਾ ਔਰ ਸਾਲ ਤੋਂ ਬਾਅਦ 2 ਸਾਲ ਦਾ PSW ਮਿਲਦਾ। ਬਸ ਬੇਸਿਕਲੀ ਚੋਇਸ ਆਫ ਯੂਨੀਵਰਸਿਟੀ ਪ੍ਰੋਪਰ ਹੋਣੀ ਚਾਹੀਦੀ ਹੈ, ਯੂਨੀਵਰਸਿਟੀ 'ਤੇ ਤੁਹਾਡਾ ਹੋਲਡ ਹੋਣਾ ਚਾਹੀਦਾ, ਪ੍ਰੋਡਕਟ 'ਤੇ ਹੋਲਡ ਹੋਣਾ ਚਾਹੀਦਾ ਔਰ ਕਿਤੇ ਨਾ ਕਿਤੇ ਸਾਨੂੰ 20-30% ਸਟੂਡੈਂਟ ਵੱਲੋਂ ਪੋਜ਼ੀਟਿਵ ਰਿਸਪੌਂਸ ਚਾਹੀਦਾ। ਕਈ ਵਾਰ ਕੀ ਹੁੰਦਾ, ਆਪਾਂ ਇੰਟਰਵਿਊ ਦੀ ਤਿਆਰੀ ਕਰਾਉਣ ਲਈ ਸਟੂਡੈਂਟ ਨੂੰ ਕਾਲ ਕੀਤਾ, ਸਰ ਮੈਂ ਅਵੇਲੇਬਲ ਨਹੀਂ ਹਾਂ, ਸਰ ਮੈਂ ਖੇਤਾਂ ਚੱਲਿਆ, ਸਰ ਮੇਰੇ ਇੱਥੇ ਲਾਈਟ ਨਹੀਂ ਹੈ, ਕਨੈਕਟੀਵਿਟੀ ਨਹੀਂ ਹੈ, ਵਿਆਹ 'ਤੇ ਆ, ਬਾਹਰ ਆਇਆ, ਦੋਸਤਾਂ ਨਾਲ ਆ। ਉਹ ਮਤਲਬ ਉਹ 'ਚ ਕੀ ਹੈ ਕਿ ਦੇਖੋ, ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਪੈਸੇ ਨਹੀਂ ਲੱਗੇ ਬਟ ਕੱਲ੍ਹ ਨੂੰ ਤੁਸੀਂ ਜਾ ਵੀ ਨਹੀਂ ਪਾਉਂਗੇ, ਤਾਂ ਸਿੰਪਲ ਜਿਹਾ ਕੰਸੈਪਟ ਓਵਰਆਲ ਕਨਕਲੂਜ਼ਨ ਜਿਹੜਾ ਹੈ ਮੇਰੀ ਗੱਲ ਦਾ ਆਨਸਰ ਵੀ ਤੁਹਾਡੀ ਗੱਲ ਦਾ ਇੱਕ ਸ਼ਾਰਟ 'ਚ ਅਗਰ ਮੈਂ ਦੇਵਾਂ, ਓਬਜੈਕਟਿਵ ਆਨਸਰ ਦੇਵਾਂ ਤਾਂ ਉਹ ਇਹੀ ਰਹੂਗਾ ਕਿ ਪ੍ਰੈਪਰੇਸ਼ਨ ਜਿਹੜੀ ਹੈ ਇੰਟਰਵਿਊ ਦੀ ਪ੍ਰੋਪਰ ਹੋਵੇ, ਬੈਕਅਪ ਪਲਾਨ ਘੱਟੋ ਘੱਟ 2 ਜਾਂ 3 ਯੂਨੀਵਰਸਿਟੀਜ਼ ਦਾ ਲੈ ਕੇ ਚੱਲੇ ਹੋਏ ਬੰਦਾ, ਔਰ ਜਿਹੜੀ ਵੀ ਕੰਪਨੀ ਚਾਹੇ ਵਿਸ਼ਵਾਸ ਇੰਟਰਨੈਸ਼ਨਲ ਔਰ XYZ ਕੋਈ ਵੀ ਕੰਪਨੀ ਤੁਸੀਂ ਜਿੱਦੋਂ ਤੋਂ ਪ੍ਰੋਸੈਸ ਕਰ ਰਹੇ ਹੋ ਉਹਦੀ ਫਾਈਨੈਂਸ਼ੀਅਲ ਸਿਚੁਏਸ਼ਨ ਇੱਦਾਂ ਦੀ ਹੋਣੀ ਚਾਹੀਦੀ ਹੈ ਕਿ ਅਗਰ ਤੁਹਾਡੀ ਇੱਕ ਯੂਨੀਵਰਸਿਟੀ 'ਚ ਫੀਸ ਸਟਕ ਹੋ ਗਈ ਹੈ ਤੇ ਦੂਸਰੀ ਜਾਂ ਤੀਸਰੀ ਜਗ੍ਹਾ ਉਹਦੀ ਪੇਇੰਗ ਕੈਪੈਸਿਟੀ ਪੇਮੈਂਟ ਕਰਨ ਦੀ ਹੋਣੀ ਚਾਹੀਦੀ ਹੈ। ਤਾਂ ਅੱਛਾ, ਮੈਂ ਆਪਾਂ ਹੋਰ ਗੱਲਾਂ ਕਰਨੀਆਂ, ਕਾਫੀ ਸਾਡੇ ਕੋਲ ਸਮਾਂ ਹੈਗਾ। ਮੈਂ ਜਿਵੇਂ ਯੂਕੇ ਦਾ ਤਾਂ ਆਪਾਂ ਨੂੰ ਇਸ ਵਕਤ ਪਤਾ ਹੈਗਾ ਕਿ 21 ਤੋਂ ਬਾਅਦ ਵਰਕ ਪਰਮਿਟ ਮਿਲਣਗੇ। ਹਾਂ ਬਿਲਕੁਲ ਮਿਲਣਗੇ, ਸਾਰਿਆਂ ਨੂੰ ਮਿਲਣਗੇ, ਬਿਲਕੁਲ ਮਿਲਣਗੇ। ਇਹ ਚਲੋ ਇੱਕ ਅੱਛਾ ਇੰਡੀਕੇਸ਼ਨ ਹੈਗਾ। ਗ੍ਰੀਸ ਔਰ ਮਾਲਟਾ ਦੇ ਵਿੱਚ ਆਪਾਂ ਐਲੀਜੀਬਿਲਿਟੀ, ਉਹਦੇ ਵਿੱਚ ਪ੍ਰੋਗਰਾਮਸ, ਉਹਦੇ ਜਿਹੜੀਆਂ ਸ਼ਰਤਾਂ ਉਹਦੇ ਬਾਰੇ ਚਰਚਾ ਕਰਾਂਗੇ। ਉਸ ਤੋਂ ਪਹਿਲਾਂ ਗ੍ਰੀਸ ਔਰ ਮਾਲਟਾ ਦੇ ਵਿੱਚ ਕੀ ਫਿਊਚਰ ਕੀ ਰਹੇਗਾ? ਵਰਕ ਪਰਮਿਟ ਮੰਨ ਲਓ ਮਿਲ ਜਾਂਦਾ ਹੈ, PR ਦੇ ਕੀ ਚਾਂਸਸ ਹੈ ਜਾਂ ਉੱਥੋਂ ਕੋਈ ਮੂਵ ਹੋਣ ਦੇ ਕੋਈ ਪ੍ਰਕਿਰਿਆ ਕਰਨੀ ਪਏਗੀ ਬੱਚੇ ਨੂੰ? ਦੇਖੋ ਭਾਜੀ ਇੱਦਾਂ ਹੈ ਕਿ ਰਣਬੀਰ ਸਰ, ਅਗਰ ਆਪਾਂ ਫਿਊਚਰ ਪ੍ਰੋਸਪੈਕਟਸ ਦੀ ਗੱਲ ਕਰੀਏ ਤਾਂ ਯੈਸ there is post part time jobs, there is post study work as well, there is PR also, ਠੀਕ ਹੈ। but ਉਹਦੇ ਲਈ student have to complete their studies, student have to fulfill their attendance, ਠੀਕ ਹੈ, student have to appear in their exams। ਉਹ ਸਾਰੀਆਂ ਚੀਜ਼ਾਂ ਕਰਨ ਤੋਂ ਬਾਅਦ ਉਹਨਾਂ ਨੂੰ 2 ਸਾਲ ਦਾ ਜਿਹੜਾ ਪੋਸਟ ਸਟੱਡੀ ਵਰਕ ਹੈ ਉਹਦੇ ਵਿੱਚ ਆਪਣਾ ਫੁੱਲ ਟਾਈਮ ਜੌਬ ਕਰਕੇ ਐਂਡ ਲੈਂਗੁਏਜ ਐਬਿਲਿਟੀ ਦਾ ਬੈਰੀਅਰ ਕਲੀਅਰ ਕਰਕੇ they can claim their PR as well। but unfortunately ਜਿਸ ਤਰ੍ਹਾਂ ਕਿ ਹੁਣੇ ਤੁਸੀਂ ਆਪਣੇ ਕੁਐਸਚਨ 'ਚ ਇਹ ਗੱਲ ਕਹੀ, on practical ground ਅੱਜ ਦੀ ਡੇਟ 'ਚ ਅਸੀਂ ਜਰਮਨ ਬਹੁਤ ਜ਼ਿਆਦਾ ਪ੍ਰਮੋਟ ਨਹੀਂ ਕਰ ਰਹੇ, ਲੇਕਿਨ PG ਪ੍ਰੋਗਰਾਮਸ ਲਈ, ਮਾਸਟਰਸ ਡਿਗਰੀ ਲਈ ਅਗਰ ਤੁਸੀਂ ਜਾਣਾ ਚਾਹੁੰਦੇ ਹੋ, ਕਿਉਂਕਿ UG ਲਈ ਜਰਮਨ ਦੇ ਵਿੱਚ ਅਪੁਆਇੰਟਮੈਂਟ ਅਵੇਲੇਬਲ ਨਹੀਂ ਹੈ, ਕਿਸੇ ਵੀ ਕੰਸਲਟੈਂਟ ਕੋਲ, ਕਿਸੇ ਵੀ ਯੂਨੀਵਰਸਿਟੀ ਕੋਲ ਆਫਰ ਲੈਟਰ ਦੇ ਕੇ ਪੇਮੈਂਟ ਕਰਕੇ ਪੈਸੇ ਫਸਾਉਣ ਵਾਲੀ ਗੱਲ ਹੈ, ਉਹ ਨਾ ਕਰਿਓ। ਅਦਰਵਾਈਜ਼ ਆਪਾਂ ਮਾਲਟਾ ਦੇ ਵਿੱਚ ਕੋਈ ਅਪੁਆਇੰਟਮੈਂਟ ਦੀ ਪ੍ਰੋਬਲਮ ਨਹੀਂ ਹੈ ਔਰ ਨਾ ਹੀ ਉਸ ਤੋਂ ਇਲਾਵਾ ਤੁਹਾਡਾ ਗ੍ਰੀਸ ਦੇ ਵਿੱਚ ਕੋਈ ਇੱਦਾਂ ਦੀ ਅਪੁਆਇੰਟਮੈਂਟ ਦੀ ਪ੍ਰੋਬਲਮ ਹੈ। ਬਟ ਇਹਨਾਂ ਦੋਨੋਂ ਕੰਟਰੀਜ਼ 'ਚ ਅਨਫੋਰਚੂਨੇਟਲੀ once we will send the applicants for the purpose of studies, okay, instead to complete their studies, even then 1 year ਵੀ ਕੰਪਲੀਟ ਨਹੀਂ ਕਰਦਾ ਬੱਚਾ, ਉੱਥੋਂ ਦੀ ਪੁਰਤਗਾਲ ਮੂਵ ਹੋ ਜਾਂਦਾ ਜਾਂ ਫਿਰ ਮੈਕਸੀਕੋ ਜਾ ਕੇ ਅਮਰੀਕਾ ਨੂੰ ਨਿਕਲ ਜਾਂਦੇ ਬੱਚੇ, ਔਰ ਉਹਦਾ ਜਿਹੜਾ ਬਾਅਦ 'ਚੋਂ ਪ੍ਰੋਬਲਮ ਹੈ ਫੇਸ ਕਰਨੀ ਪੈਂਦੀ ਹੈ ਜਾਂ ਤਾਂ ਕੰਸਲਟੈਂਟ ਨੂੰ, ਕਿਉਂਕਿ ਸਾਡਾ ਨਾਮ ਖਰਾਬ ਹੁੰਦਾ। ਯੂਨੀਵਰਸਿਟੀ ਇੱਕ ਡਾਟਾ ਕੱਢ ਕੇ ਖੜੀ ਹੋ ਜਾਂਦੀ ਹੈ 6 ਮਹੀਨੇ ਬਾਅਦ ਕਿ ਤੁਸੀਂ 200 ਸਟੂਡੈਂਟ ਭੇਜਿਆ ਸੀ ਔਰ 15 ਪੜ੍ਹ ਰਿਹਾ, ਬਾਕੀ ਕਿੱਥੇ ਗਿਆ, ਠੀਕ ਹੈ। ਅਪਾਰਟ ਫਰੋਮ ਦੈਟ ਇੱਕ ਮੈਂ ਹੀ ਕੰਸਲਟੈਂਟ ਨਹੀਂ ਜਿਹੜਾ ਇਹਨਾਂ ਕੰਟਰੀਜ਼ ਦੇ ਵਿੱਚ ਡੀਲ ਕਰ ਰਿਹਾ, ਬਹੁਤ ਸਾਰੇ ਸਟੂਡੈਂਟ ਵੀਜ਼ਾ ਕੰਸਲਟੈਂਟ ਸੇਮ ਕੰਟਰੀਜ਼ ਦੇ ਲਈ ਕੰਮ ਕਰ ਰਹੇ ਆ। ਉਹਨਾਂ ਦੇ ਲਈ ਫਿਰ ਇੱਕ ਪ੍ਰੋਬਲਮ ਹੋਰ ਖੜੀ ਹੋ ਜਾਂਦੀ ਹੈ ਕਿ ਜਦੋਂ ਸਾਰੇ ਬੱਚਿਆਂ ਵਿੱਚੋਂ ਮੋਰ ਦੈਨ 80-90% ਸਟੂਡੈਂਟ ਦੌੜ ਜਾਂਦਾ, ਭੱਜ ਜਾਂਦਾ, ਮੂਵ ਹੋ ਜਾਂਦਾ, ਸਕਿਪ ਕਰ ਜਾਂਦਾ, ਪੜ੍ਹਾਈ ਨਹੀਂ ਕਰਦਾ, ਔਰ ਈਵਨ ਸਮ ਟਾਈਮ ਤਾਂ ਸਟੂਡੈਂਟ ਸ਼ੈਨਗਨ ਵੀਜ਼ਾ ਦੇ ਉੱਪਰ
ਕੰਟਰੀ ਟਰੈਵਲ ਹੀ ਨਹੀਂ ਕਰਦਾ, ਹੋਰ ਕਿਤੇ ਮੂਵ ਹੋ ਜਾਂਦਾ। ਅਤੇ ਜਿਸ ਤਰ੍ਹਾਂ ਪਿੱਛੇ ਲਾਟਵੀਆ ਅਸੀਂ ਬਹੁਤ ਬੱਚੇ ਭੇਜੇ, ਬਟ ਅੱਜ ਦੀ ਡੇਟ 'ਚ ਲਾਟਵੀਆ ਇਜ਼ ਵੈਰੀ ਸਟ੍ਰਿਕਟ। ਰੀਜ਼ਨ ਬੀਇੰਗ ਕਿ ਸਾਰੇ ਬੱਚੇ ਉੱਥੋਂ ਦੀ ਮੂਵ ਹੋ ਗਏ ਕਿਤੇ ਨਾ ਕਿਤੇ, ਪੁਰਤਗਾਲ, ਸਪੇਨ, ਇਟਲੀ, ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਪੇਪਰ ਸਪਲਾਈ ਕਰਤੇ। ਅਤੇ ਪ੍ਰੈਕਟੀਕਲ ਗਰਾਊਂਡ 'ਤੇ ਮੁਕੇਸ਼ ਜੀ ਮੈਂ ਆਪਾਂ ਇਸ ਤੋਂ ਪਹਿਲਾਂ ਹੋਰ ਕੁਐਸਚਨ ਕਰੀਏ, ਕਿਉਂਕਿ ਅੱਧਾ ਸਮਾਂ ਸ਼ੋਅ ਦਾ ਬੀਤ ਚੁੱਕਿਆ। ਹੁਣ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਕਰਨ ਵਾਲੀਆਂ। ਵਿਦਆਊਟ ਆਇਲਸ ਐਜੂਕੇਸ਼ਨ ਕੀ ਹੋਏਗੀ? 10ਵੀਂ ਹੋਏਗੀ, 12ਵੀਂ ਹੋਏਗੀ, ਫੰਡ ਹੋਣਗੇ, ਫੀਸਾਂ ਕਿੰਨੀ ਹੋਣਗੀਆਂ, ਔਰ +2 ਤੋਂ ਬਾਅਦ ਡਿਪਲੋਮਾ ਕਿ ਡਿਗਰੀ ਲੈਣੀ ਪਊ? ਪਹਿਲਾਂ ਗ੍ਰੀਸ ਤੋਂ ਸ਼ੁਰੂ ਕਰਦੇ ਹਾਂ। ਵੇਅਰ ਇਜ਼ ਕੁਐਸਚਨ ਆਫ ਗ੍ਰੀਸ, we have available program for 12th pass students bachelor degrees, or matlab this is understood कि students those are willing to do bachelor degree in all over world। किते भी तुसीं अगर डिग्री च एडमिशन लाना तो you must be 12th pass। मतलब बेसिक क्राइटेरिया जिहड़ा घट तो घट बच्चा 12वीं पास होना चाहिए। only in that case we are able to get offer letter from the university side for the bachelor program। even कोई डिप्लोमास ग्रीस ਦੇ ਵਿੱਚ ਸਾਡੇ ਕੋਲ ਅਵੇਲੇਬਲ ਨਹੀਂ ਹੈਗੇ। ਉਸ ਤੋਂ ਬਾਅਦ ਸਟੂਡੈਂਟਸ ਦੋਜ਼ ਆਲਰੇਡੀ ਹੈਡ ਡਨ ਦੇਅਰ ਗ੍ਰੈਜੂਏਸ਼ਨ ਹੇਅਰ ਫਰੋਮ ਇੰਡੀਆ, ਉਹਨਾਂ ਲਈ ਮਾਸਟਰਸ ਪ੍ਰੋਗਰਾਮ ਅਵੇਲੇਬਲ ਹੈਗੇ ਆ ਜੀ, ਠੀਕ ਹੈ। ਔਰ ਫੀਸ ਸਟਰਕਚਰ ਜਿਹੜਾ ਗ੍ਰੀਸ ਦਾ ਬਹੁਤ ਨੋਮੀਨਲ ਜਿਹਾ, ਤਕਰੀਬਨ 7-7.5 ਲੱਖ ਰੁਪਏ ਮਾਸਟਰਸ ਡਿਗਰੀ ਦੀ, ਕੰਪਲੀਟ ਮਾਸਟਰਸ ਡਿਗਰੀ ਦੀ ਫੀਸ ਹੈ, ਕੰਪਲੀਟ ਦ ਹੋਲ ਮਾਸਟਰ ਡਿਗਰੀ, ਠੀਕ ਹੈ। ਔਰ ਕਰੀਬ ਤੁਸੀਂ ਮੰਨ ਕੇ ਚੱਲੋ ਕਿ 5-5.5 ਲੱਖ ਰੁਪਏ ਪਰ ਐਨਮ ਫੀਸ ਜਿਹੜੀ ਹੈ ਬੈਚਲਰ ਡਿਗਰੀ ਦੀ, ਵਿਚ ਇਜ਼ ਆਲਸੋ ਇਟਸ ਵੈਰੀ ਰੀਜ਼ਨੇਬਲ। ਅਗਰ ਤੁਸੀਂ ਕੰਪੈਰੀਜ਼ਨ ਕਰੋਗੇ, ਇੰਨੇ ਕੁ ਪੈਸੇ ਲਗਾ ਕੇ ਪਹਿਲਾਂ ਬੱਚਾ ਸਿੰਗਾਪੁਰ ਜਾਂਦਾ ਸੀ ਜਿੱਥੇ ਕੋਈ ਫਿਊਚਰ ਨਹੀਂ ਹੈ, ਸਾਈਪਰਸ ਜਾਂਦਾ ਸੀ ਜਿੱਥੋਂ ਤਕਰੀਬਨ ਸਾਰੇ ਮੁੜ ਕੇ ਆ ਗਏ। ਫਿਊਚਰ ਦੇ ਅੰਦਰ ਅਗਰ ਮੈਂ ਗੱਲ ਕਰਾਂ, ਫਿਊਚਰ 'ਚ ਜਿਹੜਾ ਬੱਚਾ ਗ੍ਰੀਸ ਜਾਏਗਾ, ਮਾਲਟਾ ਜਾਏਗਾ, ਬੜੀ ਸਟ੍ਰੇਟ ਫਾਰਵਰਡ ਜੀ ਗੱਲ ਹੈ ਕਿ ਉਹ ਕਦੇ ਮੁੜਦਾ ਨਹੀਂ। ਉਹਦੀ ਕਿਤੇ ਨਾ ਕਿਤੇ ਸੈਟਲਮੈਂਟ ਹੈਗੀ ਹੈ। ਆਈਦਰ he or she wants to complete their studies over there, ਤਾਂ ਵੀ ਉਹਨਾਂ ਨੂੰ ਫਿਊਚਰ 'ਚ ਬੈਨੀਫਿਟ ਹੈ। ਜੇਕਰ ਉਹ ਆਪਣੀ ਪੜ੍ਹਾਈ ਕੰਪਲੀਟ ਨਹੀਂ ਕਰਨਾ ਚਾਹੁੰਦੇ, ਕੋਈ ਸ਼ਾਰਟਕਟ ਜਾ ਕੇ, ਮਤਲਬ ਮੈਂ ਆਊਟ ਆਫ ਦਾ ਵੇ ਜਾ ਕੇ ਗੱਲ ਕਰ ਰਿਹਾ, ਲੇਕਿਨ ਅਨਫੋਰਚੂਨੇਟਲੀ ਪ੍ਰੈਕਟੀਕਲ ਗਰਾਊਂਡ 'ਤੇ ਹੁੰਦਾ ਇਹੀ ਹੈ। ਸਟੂਡੈਂਟਸ ਜਿਹੜੇ ਆਪਣੀ ਪੜ੍ਹਾਈ ਕੰਪਲੀਟ ਨਾ ਕਰਕੇ ਪੁਰਤਗਾਲ ਜਾਂ ਕਿਤੇ ਸਪੇਨ ਜਾ ਕੇ, ਕਿਉਂਕਿ ਦੇਖੋ ਕੀ ਕਾਰਨ ਹੈ, ਮੈਂ ਵੀ ਇਹ ਸਵਾਲ ਪੁੱਛਣ ਲੱਗਿਆ ਸੀ। ਮੈਂ 2 ਵਾਰ ਮੇਰਾ ਅਜਿਹਾ ਦੌਰਾ ਹੋਇਆ ਜਿਸ 'ਚ ਮੈਂ ਵਿਦਿਆਰਥੀ ਨੂੰ ਮਿਲਿਆ, ਚੰਗੇ ਭਲੇ ਕਿਸੇ ਦੇਸ਼ 'ਚ ਪੜ੍ਹਦੇ ਹੋਣਗੇ, ਫਿਰ ਦੂਜੇ ਚਲੇ ਜਾਣਗੇ। ਇੱਕ ਵਿਦਿਆਰਥੀ ਮੈਨੂੰ ਮਿਲਿਆ ਹਾਲੈਂਡ ਤੋਂ, ਪੋਲੈਂਡ ਤੋਂ, ਮੈਂ ਇੱਥੇ ਗਲਤ ਹਾਂ, ਮੈਨੂੰ ਪੂਰਾ ਯਾਦ ਨਹੀਂ, ਇੱਕ ਦੇਸ਼ ਦਾ ਵਰਕ ਪਰਮਿਟ ਇਸ਼ੂ ਹੋਇਆ ਸੀਗਾ ਜੀ। ਉਹ ਹੋਰ ਦੇਸ਼ 'ਚ ਮਿਲਿਆ ਸਾਨੂੰ। ਮੈਂ ਕਿਹਾ ਜੀ ਤੁਸੀਂ ਇੱਥੇ, ਮੈਂ ਜੀ ਕੰਮ ਲੱਭਣਾ ਹੈ। ਮੈਂ ਕਿਹਾ ਉੱਥੇ ਕਿਉਂ ਨਹੀਂ? ਉਹ ਮੈਨੂੰ ਕਾਲ ਆ ਗਈ ਜੀ ਪੰਜਾਬੀ ਦੀ, ਕਹਿੰਦਾ ਇੱਥੇ ਇਨਕਮ ਜ਼ਿਆਦਾ ਹੈਗੀ ਹੈ। ਮੈਂ ਕਿਹਾ ਚਲੋ ਟਰਾਈ ਕਰਕੇ ਦੇਖਦੇ ਹਾਂ। ਮਤਲਬ ਗੰਭੀਰ ਨਹੀਂ ਹੈ ਸਟੂਡੈਂਟ ਯੂਰਪ ਜਾਣ ਵਾਲਾ, ਆਪਣੀਆਂ ਉੱਥੇ ਜਾ ਕੇ ਆਪ ਖੁਦਰੀਆਂ ਕਰਦਾ ਹੈ, ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਸਰ ਜੀ, ਉਹਦਾ ਇੱਕ ਵੱਡਾ ਰੀਜ਼ਨ ਇਹ ਹੈ ਕਿ ਲੀਨੀਅੰਸੀ ਜਿਹੜੀ ਹੈ ਨਾ, ਉਹ ਸਿਸਟਮ ਨੂੰ ਖਰਾਬ ਕਰਦੀ ਹੈ, ਠੀਕ ਹੈ। ਫੋਰ ਐਗਜ਼ਾਮਪਲ, ਅਗਰ ਮੈਂ ਤੁਹਾਨੂੰ ਇਹਦਾ ਇੱਕ ਵਧੀਆ ਐਗਜ਼ਾਮਪਲ ਇਸ ਤਰੀਕੇ ਨਾਲ ਦੇਣਾ ਚਾਹੁੰਦਾ ਕਿ ਅਗਰ ਆਸਟ੍ਰੇਲੀਆ ਦੇ ਵਿੱਚ ਡਿਪਲੋਮਾ 'ਚ ਵੀਜ਼ਾ ਮਿਲਣਾ ਸ਼ੁਰੂ ਹੋ ਜਾਏ, ਸਕਸੈਸ ਰੇਟ ਡਿਪਲੋਮਾ 'ਚ ਵਧੀਆ ਹੋ ਜਾਏ, ਤਾਂ ਡਿਗਰੀ 'ਚ ਸ਼ਾਇਦ ਕੋਈ ਬੱਚਾ ਨਹੀਂ ਜਾਏਗਾ, ਨੈਵਰ ਐਵਰ। ਕੈਨੇਡਾ 'ਚ ਅਗਰ ਡਿਪਲੋਮਾ 'ਚ ਵੀਜ਼ਾ ਬੰਦ ਹੋ ਜਾਏ ਤਾਂ ਆਪਣੀ ਲੋੜ ਨੂੰ ਵੀ ਡਿਗਰੀ 'ਚ ਜਾਣਗੇ, ਬਿਕੋਜ਼ purpose of every Punjabi student is they want to get settled over there। ਪੜ੍ਹਾਈ ਇੱਕ ਬਹਾਨਾ, ਜਿਹੜਾ ਅਰਨਿੰਗ ਹੈ ਨਾ ਉਹ ਪ੍ਰਾਇਮਰੀ ਟਾਰਗੇਟ ਹੈ, ਲਰਨਿੰਗ ਤਾਂ ਮਜਬੂਰੀ ਹੈ। ਅੱਛਾ ਮੁਕੇਸ਼ ਜੀ, ਗੱਲ ਕਰੀਏ ਪਹਿਲਾਂ ਯੂਕੇ ਦੀ। ਵਿਦਆਊਟ ਆਇਲਸ ਜਾਣ ਵਾਲੇ ਬੱਚਿਆਂ ਲਈ ਇਨਟੇਕ ਕਿਹੜਾ, ਐਡਮਿਸ਼ਨ ਕਿਵੇਂ ਹੋਏਗੀ, ਕਿਹੜੇ ਕਾਗਜ਼ ਤੁਹਾਨੂੰ ਚਾਹੀਦੇ? UG PG ਦੋਨਾਂ ਲਈ ਮਈ ਇਨਟੇਕ ਦੇ ਅੰਦਰ 1 ਜਾਂ 2 ਯੂਨੀਵਰਸਿਟੀ ਸਾਡੇ ਕੋਲ ਓਪਨ ਹੈ, ਜਿਹਦੇ ਵਿੱਚ 7-8 ਵਰਕਿੰਗ ਡੇਜ਼ 'ਚ ਅਸੀਂ ਤੁਹਾਨੂੰ ਆਫਰ ਲੈਟਰ ਦੇ ਦਾਂਗੇ। ਨਾ ਸਿਰਫ ਆਫਰ ਲੈਟਰ ਦੇ ਦਾਂਗੇ, ਬਲਕਿ ਸਾਈਡ ਬਾਈ ਸਾਈਡ ਇੰਟਰਵਿਊ ਦੀ ਤਿਆਰੀ ਕਰਵਾ ਕੇ ਤੁਹਾਡਾ ਅਨਕੰਡੀਸ਼ਨਲ ਔਰ ਮਈ ਦੇ ਵਿੱਚ ਕਲਾਸਾਂ ਸ਼ੁਰੂ ਹੋ ਜਾਣਗੀਆਂ। ਜਿਨ੍ਹਾਂ ਨੂੰ ਕਿਤੇ ਵੀ ਕਿਸੇ ਕਾਰਨਵਸ਼ ਆਪਣੀ ਤੁਹਾਡੀ ਆਫਰ ਲੈਟਰ ਨਹੀਂ ਮਿਲੀ, ਜਾਂ ਕਿਤੇ ਕਿਸੇ ਏਜੰਟ ਕੋਲ ਪੈਸੇ ਭਰੇ ਹੈ, ਫੀਸ ਭਰੀ ਹੈ ਔਰ ਕੈਸ਼ ਨਹੀਂ ਆਇਆ, ਔਰ ਸਾਡੀ ਤੁਸੀਂ ਪੇਮੈਂਟ ਦਾ ਵੀ ਜਿਹੜਾ ਸਿਸਟਮ ਹੈ, ਉਹ ਫੁੱਲ ਪੇਮੈਂਟ ਆਪਾਂ ਆਪਣੀ ਵਿਸ਼ਵਾਸ ਇੰਟਰਨੈਸ਼ਨਲ ਵੀਜ਼ਾ ਹੋਣ ਤੋਂ ਬਾਅਦ ਲੈਂਦੇ। ਇੱਕ ਵੱਡਾ ਬੈਨੀਫਿਟ ਇਹ ਹੈ, ਯੂ ਜਸਟ ਨੀਡ ਟੂ ਪੁੱਟ ਯੋਰ ਐਪਲੀਕੇਸ਼ਨ ਵਿਦ ਆਰ ਟੀਮ। ਵੰਸ ਵੀ ਵਿਲ ਗੈਟ ਦਾ ਪੋਜ਼ੀਟਿਵ ਫਰੂਟਫੁਲ ਅਸੈਸਮੈਂਟ ਫਰੋਮ ਦਾ ਯੂਨੀਵਰਸਿਟੀ ਸਾਈਡ, ਉਸ ਤੋਂ ਬਾਅਦ ਤੁਸੀਂ ਐਨਰੋਲਮੈਂਟ ਕਰਵਾ ਕੇ ਆਪਣਾ ਪ੍ਰੋਸੈਸ ਸ਼ੁਰੂ ਕਰਵਾ ਸਕਦੇ ਹੋ। ਔਰ ਜੇਕਰ ਤੁਹਾਡਾ ਪ੍ਰੋਫਾਈਲ ਐਲੀਜੀਬਲ ਹੈ ਤਾਂ ਤੁਹਾਨੂੰ ਮਈ ਇਨਟੇਕ 100% ਮਿਲੇਗਾ। ਜੇ ਨਹੀਂ ਹੈ ਤਾਂ ਤੁਹਾਨੂੰ ਰეკਮੈਂਡੇਸ਼ਨ ਜਾਂ ਸਜੈਸ਼ਨਸ ਦੇ ਦਿੱਤੀਆਂ ਜਾਣਗੀਆਂ ਕਿ ਤੁਸੀਂ ਆਹ ਚੀਜ਼ ਇੰਪਰੂਵ ਕਰਕੇ ਆਓ, ਐਂਡ ਵੀ ਵਿਲ ਗੈਟ ਯੂਰ ਆਫਰ ਲੈਟਰ ਫॉर ਸੈਪਟੈਂਬਰ ਇਨਟੇਕ ਐਜ਼ ਵੈਲ। ਜੀ, ਕੋਈ ਇਹੋ ਜਿਹਾ ਡਾਕੂਮੈਂਟ ਜਿਹੜਾ ਰੂਟੀਨ 'ਚ ਨਹੀਂ ਘਰੇ ਹੁੰਦਾ, ਜਿਵੇਂ ਕਿ ਪਾਸਪੋਰਟ ਹੁੰਦਾ ਹੀ ਹੈ, ਸਰਟੀਫਿਕੇਟ ਹੋ ਗਏ, ਆਇਡੈਂਟੀਟੀ ਪ੍ਰੂਫ ਹੋ ਗਏ, ਸਾਰੀਆਂ ਚੀਜ਼ਾਂ ਹੈਗੀਆਂ,
ਕੋਈ ਇਹੋ ਜਿਹੀ ਚੀਜ਼ ਕੋਈ ਬਣਾਉਣ ਵਾਲੀ? ਇਟਸ ਅ ਵੈਰੀ ਗੁੱਡ ਐਂਡ ਇੰਪੋਰਟੈਂਟ ਕੁਐਸਚਨ ਆਸਕਡ ਬਾਈ ਯੂ। ਬੇਸਿਕਲੀ ਕਈ ਵਾਰ ਕੀ ਹੁੰਦਾ, ਅੱਜ ਸਵੇਰੇ ਦੀ ਗੱਲ ਹੈ, ਮੇਰੇ ਕੋਲ ਕੋਈ ਪੇਰੈਂਟਸ ਦਾ ਫੋਨ ਆਇਆ, ਉਹ ਕਹਿੰਦੇ ਜੀ ਸਾਡੇ ਅਕਾਊਂਟ 'ਚ 15 ਲੱਖ ਰੁਪਇਆ ਪਿਆ ਪੁਰਾਣਾ, ਮੇਨ ਟੇਕ ਹੈਗਾ ਸਾਲ ਦੀ ਫੀਸ ਭਰਨੀ ਹੈ ਬੱਚੇ ਨੇ, ਅਤੇ ਉਹ ਫੁੱਲਫਿਲ ਕਰਦਾ ਬੱਚਾ। ਅਨਫੋਰਚੂਨੇਟਲੀ ਉਹ ਸਟੂਡੈਂਟ ਦੇ ਅਕਾਊਂਟ 'ਚ ਨਹੀਂ ਸੀਗਾ, ਪੇਰੈਂਟਸ ਦੇ ਅਕਾਊਂਟ 'ਚ ਚੱਲਦਾ, ਬਟ ਉਹਦੇ ਲਈ ਵੀ ਨੀਡ ਟੂ ਪੁੱਟ ਬਰਥ ਸਰਟੀਫਿਕੇਟ ਆਫ ਦਾ ਸਟੂਡੈਂਟ ਐਟ ਦਾ ਟਾਈਮ ਆਫ ਸਬਮਿਸ਼ਨ ਦੇਅਰ ਵੀਜ਼ਾ ਐਪਲੀਕੇਸ਼ਨ। ਹੁਣ ਉਹਦੇ ਕੋਲ, ਹਾਲਾਂਕਿ ਰੂਟੀਨ 'ਚ ਐਸਾ ਬਹੁਤ ਘੱਟ ਦੇਖਣ 'ਚ ਆਉਂਦਾ, ਬਟ ਕਈ ਬੱਚਿਆਂ ਦੇ ਸਪੈਸ਼ਲੀ ਜਿਹੜੇ ਪਿੰਡ ਵਾਲੇ ਪੇਰੈਂਟਸ ਆ, ਉਹਨਾਂ ਨੇ ਕਈ ਵਾਰ ਬੱਚਿਆਂ ਦੇ ਨਹੀਂ ਵੀ ਬਰਥ ਸਰਟੀਫਿਕੇਟ ਬਣਾਏ। ਹੁਣ ਉਹ ਕਹਿੰਦੇ ਜੀ ਸਾਡੇ ਕੋਲ ਬਰਥ ਸਰਟੀਫਿਕੇਟ ਨਹੀਂ ਹੈ, ਡਿਊ ਟੂ ਦਿਸ ਰੀਜ਼ਨ, ਕਿਉਂਕਿ ਯੂਕੇ ਦੇ ਵਿੱਚ ਜੇ ਤੁਹਾਡੇ ਮਾਂ ਬਾਪ ਦੇ ਅਕਾਊਂਟ 'ਚ ਜਾਂ ਦਾਦਾ ਦਾਦੀ ਦੇ ਅਕਾਊਂਟ 'ਚ ਪੈਸਾ, ਅਤੇ ਤੁਹਾਨੂੰ ਰਿਲੇਸ਼ਨਸ਼ਿਪ ਦਾ ਪ੍ਰੂਫ ਜੋੜਨ ਲਈ ਬਰਥ ਸਰਟੀਫਿਕੇਟ ਜਿਹੜਾ ਉਹ ਮੈਂਡੇਟਰੀ ਹੈ। ਜੇਕਰ ਨਹੀਂ ਹੈਗਾ ਤਾਂ ਸਟੂਡੈਂਟ ਦੇ ਆਪਣੇ ਅਕਾਊਂਟ 'ਚ 28 ਦਿਨ ਪੁਰਾਣੇ ਫੰਡ ਹੋਣੇ ਚਾਹੀਦੇ। ਅੱਛਾ, ਅੱਗੇ ਤੁਰੀਏ ਜੀ। ਗ੍ਰੀਸ ਦਾ ਇਨਟੇਕ, ਗ੍ਰੀਸ ਦੇ ਡਾਕੂਮੈਂਟ ਕੀ ਹੋਣਗੇ? ਗ੍ਰੀਸ ਦਾ ਇਨਟੇਕ ਜਿਹੜਾ ਜੁਲਾਈ ਹੈ, 7-8 ਵਰਕਿੰਗ ਡੇਜ਼ 'ਚ ਅਸੀਂ ਤੁਹਾਨੂੰ ਆਫਰ ਲੈਟਰ ਅਰੇਂਜ ਕਰਾ ਦਿਆਂਗੇ। ਅਗਰ ਤੁਸੀਂ MOI ਬੇਸਿਸ 'ਤੇ ਜਾਂ ਵਿਦਆਊਟ ਇੰਟਰਵਿਊ ਐਲੀਜੀਬਿਲਿਟੀ ਕ੍ਰਾਈਟੇਰੀਆ ਮੀਟ ਕਰਦੇ ਹੋ ਤਾਂ ਕੰਪਨੀ ਤੁਹਾਡੇ ਨਾਲ ਐਗਰੀਮੈਂਟ ਕਰਨ ਤੋਂ ਬਾਅਦ ਫੀ ਪੇ ਕਰ ਦੇਗੀ। ਉਸ ਤੋਂ ਬਾਅਦ ਅਨਕੰਡੀਸ਼ਨਲ ਔਰ ਐਮਬੈਸੀ ਦੀ ਅਪਾਇੰਟਮੈਂਟ ਲੈਣ ਤੋਂ ਬਾਅਦ ਕਰੀਬ ਹਫਤੇ 10 ਦਿਨ ਦੇ ਵਿੱਚ ਤੁਹਾਡਾ ਕੀ ਚਾਂਸ ਹੈ ਕਿ ਵੀਜ਼ਾ ਮਿਲਣ ਦੇ, ਔਰ ਕਿਸ ਚੀਜ਼ ਤੇ ਕਿਸ ਬਣਾ ਤੇ ਵੀਜ਼ਾ ਟਿਕਿਆ ਹੋਇਆ ਹੈ? ਦੇਖੋ, ਐਕੈਡਮਿਕ ਪ੍ਰੋਫਾਈਲ ਦੇ ਬੇਸਿਸ 'ਤੇ ਵੀ ਵਿਲ ਗੈਟ ਆਫਰ ਲੈਟਰ ਪਲੱਸ ਅਨਕੰਡੀਸ਼ਨਲ ਫਰੋਮ ਦੇਅਰ ਸਾਈਡ। ਉਸ ਤੋਂ ਬਾਅਦ ਬਹੁਤ ਹੀ ਨੋਮੀਨਲ ਇੰਟਰਵਿਊ ਹੈ, ਮਤਲਬ ਸਟੂਡੈਂਟਸ ਦੋਜ਼ ਆਰ ਏਬਲ ਟੂ ਰਿਪਰੈਜ਼ੈਂਟ ਦੈਮਸੈਲਫ ਇਨ ਦਾ ਫਾਰਮ ਆਫ ਜਸਟ ਇੰਟਰੋਡਕਸ਼ਨ ਤੌਰ 'ਤੇ ਜਿਹੜਾ ਆਪਣਾ ਆਪ ਨੂੰ ਪ੍ਰੈਜੈਂਟੇਸ਼ਨ ਦੇ ਸਕਦਾ ਬੱਚਾ, ਉਹਦਾ ਆਊਟ ਆਫ 100% ਵੀਜ਼ਾ। ਓਕੇ, ਅੱਛਾ ਮੁਕੇਸ਼ ਜੀ, ਅੱਗੇ ਤੁਰੀਏ। ਇਸ ਤੋਂ ਪਹਿਲਾਂ ਮੈਂ ਇੱਕ ਚੀਜ਼ ਜ਼ਰੂਰ ਪੁੱਛਣੀ ਚਾਹੁੰਦਾ ਕਿ ਡਿਗਰੀ ਔਰ ਡਿਪਲੋਮਾ ਦੇ ਯੂਰਪੀਅਨ ਦੇ ਵਿੱਚ ਕੀ ਫਰਕ ਹੈਗਾ? ਜਿਵੇਂ ਕਿ ਕੈਨੇਡਾ ਦੇ ਵਿੱਚ ਅਸੀਂ ਬੜੀ ਤਰੀਕੇ ਨਾਲ ਜਾਣਦੇ ਕਿ ਜ਼ਿਆਦਾਤਰ ਲੋਕ ਡਿਪਲੋਮਾ ਦੇ ਜਾਂਦੇ ਨੇ ਕਿ ਜਲਦੀ PR ਹੋ ਜੂਗੀ, ਬਟ ਡਿਗਰੀ ਇਸ ਲਈ ਜਾਂਦੇ ਨੇ ਬੱਚੇ ਕਿ ਜੇਬ 'ਚ ਪੈਸੇ ਹੈਗੇ, ਬਾਅਦ ਦੇ ਵਿੱਚ ਜਿਹੜੀ ਮੇਰੀ ਆਊਟਕਮ ਹੈਗੀ ਹੈ, ਮੈਨੂੰ ਜੌਬ ਮਿਲਣੀ ਹੈ, ਉਹ ਇੱਕ ਚੰਗੇ ਪੈਸਿਆਂ ਦੀ, ਮੈਨੂੰ ਆਸੇ-ਪਾਸੇ ਦੇਖਣ ਦੀ ਲੋੜ ਨਹੀਂ, 2-2 ਸ਼ਿਫਟਾਂ ਲਾਉਣ ਦੀ ਲੋੜ ਨਹੀਂ। ਇੱਥੇ ਕੀ ਫਰਕ ਹੈ? ਕਿਉਂ ਡਿਪਲੋਮਾ ਕਰੇ, ਕਿਉਂ ਡਿਗਰੀ ਕਰੇ? ਸੇਮ ਹੇਅਰ ਜੀ, ਜਿਹਦਾ ਕੋਲ ਫਾਈਨੈਂਸ਼ੀਅਲ ਐਬਿਲਿਟੀ ਹੈ, ਕੈਪੈਸਿਟੀ ਔਰ ਜਿਹਦਾ ਟਾਰਗੇਟ ਪੜ੍ਹਨ ਦਾ, ਉਹ ਫੋਕਸ ਵੀ ਡਿਗਰੀ ਕਰਦਾ, ਉਹਨੂੰ ਰਿਕਮੈਂਡ ਵੀ ਡਿਗਰੀ ਕੀਤੀ ਜਾਂਦੀ ਹੈ, ਸੁਜੈਸ਼ਨ ਵੀ ਡਿਗਰੀ ਵਾਲਾ, ਕਿਉਂਕਿ ਡਿਗਰੀ ਦੇ ਪੁਆਇੰਟਸ ਬੈਚਲਰ ਡਿਗਰੀ ਦੇ ਦੇਖੋ। ਬਟ ਆਫ ਕੋਰਸ ਜਿਹੜਾ ਬੱਚਾ ਐਕਚੁਅਲੀ ਬੈਚਲਰ ਡਿਗਰੀ ਕਰੇਗਾ ਕਿਸੇ ਢੰਗ ਦੇ ਕਾਲਜ, ਯੂਨੀਵਰਸਿਟੀ ਜਾਂ ਕਿਸੇ ਵੀ ਇੰਸਟੀਟਿਊਸ਼ਨ ਤੋਂ, ਡੈਫੀਨੇਟਲੀ ਹੀ ਔਰ ਸ਼ੀ ਵਿਲ ਲਰਨ ਅ ਲੋਟ ਔਰ ਉਹਦਾ ਫਿਊਚਰ ਬ੍ਰਾਈਟ ਹੈ। ਬਟ ਇੱਥੇ ਹੁੰਦਾ ਉਲਟਾ, ਜਿਸ ਤਰ੍ਹਾਂ ਕਿ ਮੈਂ ਦੱਸਿਆ, ਬੱਚਾ ਆਉਂਦਾ ਮੈਂ ਪੜ੍ਹਾਈ ਬੇਸ 'ਤੇ ਯੂਰਪ ਜਾਣਾ, ਨਾ ਪੜ੍ਹਾਈ ਕਲੀਅਰ ਹੈ, ਨਾ ਯੂਰਪ ਦਾ ਕੰਟਰੀ ਕਲੀਅਰ ਹੈ, ਨਾ ਡੈਸਟੀਨੇਸ਼ਨ ਕਲੀਅਰ ਹੈ, ਬਸ ਇੱਕੋ ਟਾਰਗੇਟ ਹੈ ਕਿ ਮੈਂ ਯੂਰਪ ਐਂਟਰੀ ਕਰਨੀ ਹੈ, ਬਾਹਰ ਜਾਣਾ। ਉਹ ਤਾਂ ਕਹਿੰਦਾ ਜੇ ਮੈਨੂੰ 6 ਮਹੀਨੇ ਦਾ ਲੈਂਗੁਏਜ ਕੋਰਸ 'ਤੇ ਭੇਜ ਦਿਓ, ਆਈ ਐਮ ਰੈਡੀ ਟੂ ਗੋ। ਤਾਂ no doubt degree ਜਿਹੜੀ ਹੈ that is much beneficial, more resultful, more fruitful, but unfortunately ਬੱਚਾ ਡਿਪਲੋਮਾ ਉੱਥੇ ਕਰੇਗਾ ਜਿੱਥੇ ਡਿਪਲੋਮਾ 'ਚ ਵੀਜ਼ਾ ਮਿਲਦਾ, ਅਦਰਵਾਈਜ਼ ਉਹਨਾਂ ਨੂੰ ਡਿਗਰੀ 'ਚ। ਮਾਲਟਾ ਦਾ ਵੀ ਦੱਸੋ ਜ਼ਰਾ, ਇਨਟੇਕ ਕਿਹੜਾ, ਕਿਹੜੇ ਕਾਗਜ਼? ਮਾਲਟਾ ਦੇ ਵਿੱਚ ਵੀ ਬੇਸਿਕਲੀ ਮਾਲਟਾ ਦੇ ਵਿੱਚ ਔਰ ਮੈਂ ਤੁਸੀਂ ਡਾਕੂਮੈਂਟ, ਗ੍ਰੀਸ ਔਰ ਮਾਲਟਾ ਦੋਨਾਂ ਦੇ ਵਿੱਚ PCC ਜ਼ਰੂਰ ਚਾਹੀਦੀ ਹੈ, ਮਤਲਬ ਜਿਸ ਤਰ੍ਹਾਂ ਹੀ ਤੁਸੀਂ ਪਾਸਪੋਰਟ ਆਫਿਸ ਤੋਂ ਵੰਸ ਯੂ ਵਿਲ ਗੈਟ ਦਾ ਆਫਰ ਲੈਟਰ ਫਰੋਮ ਆਰ ਸਾਈਡ, ਉਸ ਤੋਂ ਬਾਅਦ ਤੁਸੀਂ ਅਪਾਇੰਟਮੈਂਟ ਲੈ ਕੇ PCC ਦਾ ਆਪਣਾ ਕੰਮ ਜ਼ਰੂਰ ਕਰਵਾ ਲਓ, ਕਿਉਂਕਿ PCC ਨੂੰ ਕਈ ਵਾਰੀ ਟਾਈਮ ਲੱਗ ਜਾਂਦਾ ਡਿਊ ਟੂ ਨਾਨ ਅਵੇਲੇਬਿਲਿਟੀ ਆਫ ਅਪਾਇੰਟਮੈਂਟਸ ਇਨਟੂ ਦਾ ਪਾਸਪੋਰਟ ਆਫਿਸ। ਉਸ ਤੋਂ ਇਲਾਵਾ ਡਾਕੂਮੈਂਟ ਸੇਮ ਹੈ, ਤੁਸੀਂ ਪਟਿਆਲਾ ਹਾਊਸ ਤੋਂ ਡਾਕੂਮੈਂਟ ਅਟੈਸਟ ਕਰਵਾਉਣੇ ਹੈ, ਜੋ ਕਿ ਤੁਹਾਡੇ ਬਿਹਾਫ 'ਤੇ ਕੰਪਨੀ ਖੁਦ ਵੀ ਕਰਵਾ ਸਕਦੀ ਹੈ। PCC ਚਾਹੀਦੀ ਹੈ, ਮੈਡੀਕਲ ਚਾਹੀਦਾ ਹੈ, ਔਰ 7 ਤੋਂ 8 ਲੱਖ ਰੁਪਏ ਬੈਂਕ ਬੈਲੈਂਸ ਜਿਹੜਾ ਹੈ 15 ਦਿਨ ਪੁਰਾਣਾ ਚੱਲ ਜਾਏਗਾ। ਅਕਾਊਂਟ ਮਸਟ ਬੀ 6 months ਓਲਡ। ਇਹ 'ਚ ਚੀਜ਼ ਧਿਆਨ ਰੱਖਣ ਵਾਲੀ ਹੈ ਕਿ ਜਿਹੜਾ ਅਕਾਊਂਟ ਹੈ ਪੇਰੈਂਟਸ ਦਾ ਜਾਂ ਤੁਹਾਡਾ ਆਪਣਾ, ਉਹ 6 ਮਹੀਨੇ ਤੋਂ ਪੁਰਾਣਾ ਜਾਂ 6 ਮਹੀਨੇ ਘੱਟ ਤੋਂ ਘੱਟ ਪੁਰਾਣਾ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਔਰ ਬਾਕੀ ਹੈਲਥ ਕੇਅਰ ਦੇ ਕੋਰਸਿਸ ਹੈ, ਠੀਕ ਹੈ, ਮਾਸਟਰਸ ਪ੍ਰੋਗਰਾਮ ਹੈ, ਬੈਚਲਰ ਡਿਗਰੀਜ਼ ਦੇ ਪ੍ਰੋਗਰਾਮ ਹੈ ਔਰ ਮਾਲਟਾ ਦੇ ਵਿੱਚ। ਐਂਡ ਅਪਾਰਟ ਫਰੋਮ ਦੈਟ ਇਫ ਵਿਲ ਟਾਕ ਅਬਾਊਟ ਗ੍ਰੀਸ ਦੇ ਵਿੱਚ ਤੁਹਾਡਾ ਹੈਲਥ ਕੇਅਰ ਨੂੰ ਛੱਡ ਕੇ ਕਾਮਰਸ ਔਰ ਆਰਟਸ ਦੇ ਬੱਚਿਆਂ ਲਈ ਔਰ ਨਾਨ ਮੈਡੀਕਲ ਦੇ ਬੱਚਿਆਂ ਲਈ ਕੋਰਸਿਸ ਅਵੇਲੇਬਲ ਹੈ, ਬੈਚਲਰ ਡਿਗਰੀਜ਼। ਓਕੇ ਜੀ, ਸ਼ੁਕਰੀਆ। ਕਿਉਂਕਿ ਤੁਸੀਂ ਅੱਜ ਜੋ ਵਿਸ਼ਾ 'ਚ ਹੋਇਆ, ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਕੰਮ ਆਊਗਾ ਵਿਦਿਆਰਥੀਆਂ ਦੇ। ਉਹਨਾਂ ਨੂੰ ਦੱਸਿਆ ਨਹੀਂ ਜਾਂਦਾ ਕਿਹੜੇ ਦੇਸ਼ 'ਚ ਕਿੰਨੇ ਪੈਸੇ ਲੱਗ ਕੇ ਕੀ ਬੈਨੀਫਿਟ ਉਹਨੂੰ ਹੋਣ ਵਾਲੇ ਨੇ, ਕੀ ਉਹਦਾ ਸਕੋਪ ਹੈਗਾ। ਸੋ ਤੁਸੀਂ ਵਿਦਆਊਟ ਆਇਲਸ ਹੋ ਔਰ ਪੈਸੇ ਵੀ ਬਾਅਦ ਦੇ ਵਿੱਚ ਦੇਣੇ ਚਾਹੁੰਦੇ ਹੋ ਤਾਂ ਤੁਸੀਂ UK, ਗ੍ਰੀਸ ਅਤੇ ਮਾਲਟਾ ਸੰਬੰਧੀ
ਆਪਣੀ ਜਿਹੜੀ ਜਾਣਕਾਰੀ ਹੈਗੀ ਹੈ ਵਿਸ਼ਵਾਸ ਇੰਟਰਨੈਸ਼ਨਲ ਤੋਂ ਲੈ ਸਕਦੇ ਹੋ। ਮੁਕੇਸ਼ ਜੀ ਇਹਨਾਂ ਨੂੰ ਕਾਲ ਕਰ ਸਕਦੇ ਹੋ। ਅੱਜ ਦਾ ਸ਼ੋਅ ਇੱਥੇ ਹੀ ਖਤਮ ਕਰਾਂਗੇ। ਆਪਣੇ ਦੋਸਤ ਰਣਵੀਰ ਸੰਧਨਾਗੇ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।